ਤੇ ਪਹਿਲੀ ਗੱਲ ਵੀ ਉਹਨਾਂ ਨੂੰ ਕਾਂਗਰਸ ਪਾਰਟੀ 'ਚ ਜਾਣਾ ਨਹੀਂ ਸੀ ਚਾਹੀਦਾ। ਕਿੰਨਾ ਹਾਲਾਤਾਂ 'ਚ ਗਏ ਮੈਂ ਉਹਦੇ 'ਚ ਨਹੀਂ ਪੈਣਾ ਚਾਹੁੰਦਾ, ਲੇਕਿਨ ਕਾਂਗਰਸ ਪਾਰਟੀ ਵਿੱਚ ਉਹਨਾਂ ਦਾ ਕੋਈ ਜਗ੍ਹਾ ਮੈਨੂੰ ਜਾਪਦੀ ਨਹੀਂ। ਪੰਜਾਬ ਚਾਹੁੰਦਾ ਆ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਨ੍ਹਾਂ ਤੋਂ ਦੁਖੀ ਹੋਏ ਪਏ ਆ, ਭਾਵੇਂ ਉਹ ਬਾਦਲ ਦਲ ਆ ਤੇ ਭਾਵੇਂ ਕਾਂਗਰਸ ਪਾਰਟੀ ਆ, ਇਹਨਾਂ ਦੋਵਾਂ ਤੋਂ ਦੁਖੀ ਹੋ ਕੇ ਤੀਸਰਾ ਬਦਲ ਚਾਹੁੰਦੇ ਆ ਤੇ ਸਿੱਧੂ ਸਾਹਿਬ ਉਹ ਤੀਸਰਾ ਬਦਲ ਬਣਾਈਏ ਸਾਰੇ ਰਲ ਕੇ ਤੇ ਪੰਜਾਬ ਦਾ ਜਿਹੜਾ ਕੋ ਭਲਾ ਹੋ ਸਕੇ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਂ ਮੇਰੇ ਨਾਲ ਮੌਜੂਦ ਨੇ। ਪੰਜਾਬ ਦੇ ਵਿੱਚ ਜੋ ਮਸਲੇ ਹੁਣ ਭਖ ਰਹੇ ਨੇ, ਜਿਨ੍ਹਾਂ ਦੇ ਉੱਤੇ ਸਿਆਸੀ ਹਾਲਾਤ ਹਰ ਰੋਜ਼ ਚੇਂਜ ਹੋ ਰਹੇ ਨੇ, ਅਸੀਂ ਉਹਨਾਂ ਦੀ ਗੱਲਬਾਤ ਕਰਨ ਜਾ ਰਹੇ ਹਾਂ ਇਹਨਾਂ ਨਾਲ। ਸਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਤੇ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸਰ, ਜੇ ਆਪਾਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੀ, ਕੀ ਲੱਗ ਰਿਹਾ ਜੀ ਤੁਹਾਨੂੰ ਇਹਦੇ ਉੱਤੇ, ਕੀ ਸਟੈਂਡ ਹੈਗਾ ਤੁਹਾਡਾ ਤੇ ਕੀ ਤੁਹਾਨੂੰ ਚਾਹੀਦਾ ਹੈਗਾ ਵੀ ਲੱਗ ਰਿਹਾ ਵੀ ਅੱਗੇ ਹੋਣਾ ਚਾਹੀਦਾ ਹੈ? ਵੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਲੈਕਸ਼ਨ ਡਿਊ ਸੀ। ਬੜਾ ਚੰਗਾ ਕੀਤਾ ਸੈਂਟਰ ਗਵਰਨਮੈਂਟ ਨੇ ਕਿ ਉਹਨਾਂ ਨੇ ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਉਹਦੀ ਨਿਯੁਕਤੀ ਆਪਣੇ ਕਰ ਦਿੱਤੀ ਆ, ਔਰ ਖ਼ਾਸ ਕਰਕੇ SS ਸਾਰੋ ਸਾਹਿਬ ਬਹੁਤ ਵਧੀਆ ਇਨਸਾਨ ਨੇ, ਜਿਨ੍ਹਾਂ ਦੀ ਬੇਦਾਗ ਸ਼ਖਸੀਅਤ ਕਿਹਾ ਜਾ ਸਕਦਾ ਆ। ਇਹੋ ਜਿਹੇ ਇਨਸਾਨ ਦੀ ਨਿਯੁਕਤੀ ਦਾ ਸਵਾਗਤ ਕਰਨਾ ਬਣਦਾ ਆ, ਔਰ ਮੈਂ ਆਸ ਕਰਦਾ ਕਿ ਉਹ ਬਹੁਤ ਛੇਤੀ ਆਪਣੀ ਡਿਊਟੀ ਜਿਹੜੀ ਆ ਉਹਨੂੰ ਸਾਂਭ ਕੇ ਤੇ ਅਗਲਾ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਕਰਨਗੇ। ਮੇਰੇ ਵੇਖੇ 6 ਮਹੀਨੇ ਦਾ ਇਹ ਪ੍ਰੋਸੀਜਰ ਆ ਸਾਰਾ। ਇਹਦੇ ਵਿੱਚ ਜਿਹੜੀਆਂ ਵੋਟਾਂ ਬਣਨੀਆਂ ਨੇ ਉਹ ਵੀ ਬਣ ਜਾਣਗੀਆਂ, ਔਰ ਜਿਹੜਾ ਸਾਰਾ ਪ੍ਰੋਸੀਜਰ ਆ SGPC ਦੀ ਇਲੈਕਸ਼ਨ ਦਾ ਉਹ ਪੂਰਾ ਹੋ ਜਾਏਗਾ। ਔਰ ਮੈਂ ਇੱਕ ਗੱਲ ਇੱਥੇ ਵਿਸ਼ੇਸ਼ ਕਰਕੇ ਸਾਰੀ ਸਾਧ ਸੰਗਤ ਨੂੰ ਦੱਸਣੀ ਚਾਹੁੰਦਾ ਕਿ ਜਿਹੜੀਆਂ ਵੋਟਾਂ ਬਣਦੀਆਂ ਨੇ SGPC ਦੀਆਂ, ਉਹਦਾ ਬਾਕੀ ਦੀਆਂ ਇਲੈਕਸ਼ਨਾਂ ਨਾਲੋਂ ਬਹੁਤ ਵੱਡਾ ਫਰਕ ਹੈ। ਉਹ ਫਰਕ ਇਹ ਹੈ ਕਿ ਭਾਵੇਂ ਪਾਰਲੀਮੈਂਟ ਅਸੈਂਬਲੀ ਦੀ ਇਲੈਕਸ਼ਨ ਹੋਵੇ, ਭਾਵੇਂ ਪੰਚਾਇਤ ਦੀ ਜਾਂ ਕਮੇਟੀਆਂ ਦੀ ਇਲੈਕਸ਼ਨ ਹੋਵੇ, ਉਹਦੇ ਵਿੱਚ ਪਹਿਲਾਂ ਵੋਟਰ ਲਿਸਟਾਂ ਬਣੀਆਂ ਹੁੰਦੀਆਂ ਨੇ। ਉਹਦੇ ਵਿੱਚੋਂ ਜਿਹੜੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ, ਵੋਟਾਂ ਕੱਟਤੀਆਂ ਜਾਂਦੀਆਂ ਨੇ, ਜਿਹੜੇ ਬੱਚੇ ਜਵਾਨ ਹੋ ਜਾਂਦੇ ਨੇ, ਉਹਨਾਂ ਦੀਆਂ ਬਣ ਜਾਂਦੀਆਂ ਨੇ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਇੱਕ ਰੀ ਇਲੈਕਸ਼ਨ ਹੋ ਜਾਂਦੀ ਆ ਤੇ ਉਸ ਵੇਲੇ ਉਹ ਵੋਟਾਂ ਜਿਹੜੀਆਂ ਨੇ ਉਸੇ ਵੇਲੇ ਖਤਮ ਹੋ ਜਾਂਦੀਆਂ ਨੇ। ਉਹ ਜਿਹੜੀਆਂ ਲਿਸਟਾਂ ਬਣਦੀਆਂ ਨੇ, ਉਹਦੀਆਂ ਵੋਟਰ ਲਿਸਟ ਉਹ ਖਤਮ ਹੋ ਜਾਂਦੀ ਆ। ਜਦੋਂ ਜਨਰਲ ਇਲੈਕਸ਼ਨ ਆਉਂਦੀ ਆ ਫਿਰ ਸਾਰੀਆਂ ਹੀ ਵੋਟਾਂ ਨਵੀਆਂ ਬਣਦੀਆਂ, ਜਿਹੜੀਆਂ ਪਹਿਲਾਂ ਬਣੀਆਂ ਹੁੰਦੀਆਂ ਉਹਦਾ ਕੋਈ ਆਪਣੇ ਅੰਦਰਾਜ ਨਹੀਂ ਰਹਿ ਜਾਂਦਾ। ਜਿਹੜੀ ਵੀ ਵੋਟ ਬਣਨੀ ਆ ਉਹ ਸਾਰੀ ਦੀ ਸਾਰੀ ਨਵੀਂ ਵੋਟਰ ਲਿਸਟ ਜਿਹੜੀ ਆ ਉਹ ਤਿਆਰ ਹੋਣੀ ਆ। ਦੂਸਰਾ, ਇਸ ਵਾਰ ਪਿਛਲੀਆਂ ਇਲੈਕਸ਼ਨਾਂ ਨਾਲੋਂ ਇੱਕ ਵੱਡਾ ਫਰਕ ਆ ਕਿ ਕੋਰਟ ਨੇ ਵੀ ਤੇ ਸੈਂਟਰ ਗਵਰਨਮੈਂਟ ਨੇ ਵੀ ਇੱਕ ਕਾਨੂੰਨ ਬਣਾ ਦਿੱਤਾ ਆ ਕਿ ਜਿਹੜੇ ਸਹਿਜਧਾਰੀ ਸਿੱਖ ਨੇ, ਜਿਨ੍ਹਾਂ ਦੀਆਂ ਪਹਿਲਾਂ ਵੋਟਾਂ ਬਣਦੀਆਂ ਸੀ, ਇਸ ਇਲੈਕਸ਼ਨ ਦੇ ਵਿੱਚ ਹੁਣ ਉਹ ਵੋਟਾਂ ਨਹੀਂ ਬਣਨਗੀਆਂ। ਕੇਵਲ ਜਿਹੜੇ ਗੁਰਸਿੱਖ ਨੇ ਜਾਂ ਜਟਾ ਜੂਟ ਨੇ ਉਹਨਾਂ ਦੀਆਂ ਹੀ ਵੋਟਾਂ ਬਣ ਸਕਣਗੀਆਂ। ਸੋ ਇਹ ਜਿਹੜਾ ਪ੍ਰੋਸੀਜਰ ਆ ਸ਼ੁਰੂ ਹੋ ਗਿਆ ਆ ਤੇ ਮੈਂ ਸਮਝਦਾ ਆ ਕਿ ਆਪਣੇ ਸਾਰੋ ਸਾਹਿਬ ਬਹੁਤ ਆਪਣੇ ਜਲਦੀ ਇਹਨੂੰ ਸਿਰੇ ਚੜਾਉਣਗੇ, ਕਿਉਂਕਿ ਲੋਕਾਂ ਦੀ ਔਰ ਖ਼ਾਸ ਕਰਕੇ ਖਾਲਸਾ ਪੰਥ ਦੀ ਤੇ ਸਿੱਖਾਂ ਦੀ ਬੜੀ ਵੱਡੀ ਮੰਗ ਸੀ ਕਿ ਇਹ ਇਲੈਕਸ਼ਨ ਡਿਊ ਸੀ। 2011 'ਚ ਇਲੈਕਸ਼ਨ ਹੋਈ ਸੀ, ਉਦੋਂ ਬਾਅਦ ਇਲੈਕਸ਼ਨ ਨਹੀਂ ਹੋਈ। ਉਹਦੇ ਵਿੱਚ ਕੁਝ ਅਦਾਲਤਾਂ ਦਾ ਚੱਕਰ ਵੀ ਸੀ, ਲੇਕਿਨ ਮੈਂ ਸਮਝਦਾ ਉਦੋਂ ਬਾਅਦ ਜਦੋਂ ਅਦਾਲਤਾਂ ਦਾ ਕੋਈ ਚੱਕਰ ਨਹੀਂ ਵੀ ਸੀਗਾ ਤੇ ਬਾਦਲ ਅਕਾਲੀ ਦਲ ਨਹੀਂ ਸੀ ਚਾਹੁੰਦਾ ਕਿ ਇਹ ਇਲੈਕਸ਼ਨ ਹੋਵੇ। ਉਹਦਾ ਕਾਰਨ ਸੀ ਕਿ ਉਹ ਚਾਹੁੰਦੇ ਆ ਕਿ ਸਾਡੀ ਸਰਕਾਰ ਹੋਵੇ ਪੰਜਾਬ 'ਚ ਤੇ ਫਿਰ ਹੀ ਅਸੀਂ ਇਲੈਕਸ਼ਨ ਆਪਣੀ ਸ਼੍ਰੋਮਣੀ ਕਮੇਟੀ ਦੀ ਕਰਵਾਈਏ, ਤਾਂ ਕਿ ਵਾਧਾ ਘਾਟਾ ਆਪ ਕਰਕੇ ਤੇ ਇਹਦੇ 'ਤੇ ਮੁੜ ਕੇ ਕਬਜ਼ਾ ਕੀਤਾ ਜਾ ਸਕੇ। ਸੇਖਵਾਂ ਸਾਹਿਬ, ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਰੋਪ ਲੱਗਦੇ ਰਹੇ ਨੇ ਕਿ ਜਿਹੜਾ ਪ੍ਰਧਾਨ ਹੈ ਉਹ ਇਹਨਾਂ ਦੀ ਜੇਬ 'ਚੋਂ ਨਿਕਲਦਾ ਜਾਂ ਇਹਨਾਂ ਦੇ ਕਾਗਜ਼ 'ਚੋਂ ਨਿਕਲਦਾ ਹਮੇਸ਼ਾ, ਅਤੇ ਬਹੁਤ ਸਾਰੀ ਸਿੱਖ ਸੰਗਤ ਵੀ ਇਸ ਚੀਜ਼ ਨਾਲ ਨਾਰਾਜ਼ ਸੀ ਕਿ ਇਹ ਵੋਟਾਂ ਹੋਣੀਆਂ ਚਾਹੀਦੀਆਂ, ਜਾਂ ਦੂਜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੀਗੇ ਉਹਨਾਂ ਦੇ ਵੀ ਬਹੁਤ ਚਿਰਾਂ ਤੋਂ ਇਹ ਮੰਗ ਸੀ। ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਨਾਲ ਇਹਨਾਂ ਦੇ ਢਾਹ ਲੱਗੇਗੀ, ਕਿਉਂਕਿ ਜੋ ਹੁਣ ਸਮਰਥਨ ਕੀਤਾ ਜਾ ਰਿਹਾ ਇਲੈਕਸ਼ਨ ਦਾ, ਅਤੇ ਇਲੈਕਸ਼ਨ ਪ੍ਰੋਸੈਸ ਨਹੀਂ ਚਾਹੁੰਦੇ ਕਿ ਹੋਵੇ?
ਦੇਖੋ ਇੱਕ ਗੱਲ ਤਾਂ ਮੈਂ ਪਹਿਲਾਂ ਕਹਿਤੀ ਆ ਵੀ ਇਹ ਅਜੇ ਨਹੀਂ ਸੀ ਚਾਹੁੰਦੇ ਇਲੈਕਸ਼ਨ ਹੋਵੇ। ਹੁਣ ਭਾਵੇਂ ਇਹ ਦਮਗਜੇ ਤੇ ਮਾਰ ਰਹੇ ਆ ਵੀ ਅਸੀਂ ਇਲੈਕਸ਼ਨ ਲੜਾਂਗੇ, ਹੁਣ ਹੋਰ ਕੋਈ ਚਾਰਾ ਵੀ ਨਹੀਂ, ਇਹ ਗੱਲ ਤੇ ਕਹਿਣੀ ਪੈਣੀ ਆ। ਲੇਕਿਨ ਜਿਹੜੀ ਗੱਲ ਤੁਸੀਂ ਕਹੀ ਆ ਕਿ ਲੋਕਾਂ ਦੀ ਬੜੀ ਵੱਡੀ ਮੰਗ ਸੀ ਕਿ ਇਲੈਕਸ਼ਨ ਹੋਵੇ, ਇਸ ਕਰਕੇ ਕਿ ਜੋ ਬਦਨਾਮੀ ਖਾਲਸਾ ਪੰਥ ਦੀ ਸ਼੍ਰੋਮਣੀ ਕਮੇਟੀ ਕਰਕੇ ਹੋਈ ਆ, ਉਹ ਸਾਰੇ ਸੰਸਾਰ 'ਚ ਥੂ ਥੂ ਹੋ ਰਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਭਾਵੇਂ ਬਾਦਲ ਪਰਿਵਾਰ ਦਾ ਆ, ਜਿਵੇਂ ਤੁਸੀਂ ਆਪ ਹੀ ਕਿਹਾ ਆ ਕਿ ਉਹਨਾਂ ਦੇ ਲਿਫਾਫੇ ਵਿੱਚੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਿਕਲਦਾ, ਉਹਨਾਂ ਦੇ ਲਿਫਾਫੇ ਵਿੱਚੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਕਲਦਾ। ਸੋ ਅਜਿਹੀ ਵਿਵਸਥਾ ਵਿੱਚ ਕਬਜ਼ਾ ਤੇ ਆ ਉਹਨਾਂ ਦਾ ਹੀ, ਭਾਵੇਂ ਉਹਨਾਂ ਦੀਆਂ ਬੇਵਕੂਫੀਆਂ ਕਰਕੇ ਹੀ ਇਹ ਬਦਨਾਮੀ ਹੋਈ ਆ। ਸੌਦੇ ਸਾਧ ਨੂੰ ਮਾਫੀ ਦੇ ਦੇਣੀ ਜਿਹਨੇ ਮੰਗੀ ਨਹੀਂ, ਤੇ ਮੁੜ ਕੇ ਲੋਕਾਂ ਦਾ ਪ੍ਰੈਸ਼ਰ ਵੇਖ ਕੇ ਤੇ ਉਹ ਮਾਫੀ ਵਾਪਸ ਕਰਾ ਦੇਣੀ। ਕਿੱਡੀ ਹਾਸੋਹੀਣੀ ਗੱਲ ਆ। ਅਕਾਲ ਤਖਤ ਦੀ ਪੀਹਨ ਕਿੱਡੀ ਇਹਨਾਂ ਨੇ ਖਰਾਬ ਕੀਤੀ ਆ। ਫਿਰ ਬੁਰਜ ਸਵਾਰ ਸਿੰਘ ਵਾਲੀ ਘਟਨਾ, ਬਹਿਬਲ ਕਲਾਂ ਵਾਲੀ ਘਟਨਾ, ਬਰਗਾੜੀ ਵਾਲੀ ਘਟਨਾ, ਜਾਂ ਹੁਣ ਜਿਹੜੇ 328 ਸਰੂਪ ਗੁੰਮ ਹੋਏ ਨੇ ਉਹ ਘਟਨਾ, ਫਿਰ ਜਿਹੜੀਆਂ ਹੇਰਾ ਫੇਰੀਆਂ ਤੇ ਜਿਹੜੀ ਕਰਪਸ਼ਨ ਹੋਈ ਆ SCPC ਵਿੱਚ, ਇੱਕ CA ਨੂੰ ਤੁਸੀਂ ਕਰੋੜ ਰੁਪਈਆ ਮਹੀਨੇ ਦੀ ਤਨਖਾਹ ਦੇ ਰਹੇ ਹੋ, ਉਹਦਾ ਇਨਕਮ ਟੈਕਸ ਵੀ ਸ਼੍ਰੋਮਣੀ ਕਮੇਟੀ ਦੇ ਰਹੀ ਆ। ਜਿਹੜੇ 5-5 2-2 ਰੁਪਈਏ ਚੜਾਵੇ ਦਾ ਆਪਣੇ ਧਾਨਿਆ, ਐਡਾ ਬੇਦਰਦੀ ਦੇ ਨਾਲ ਤੁਸੀਂ ਲਟਾ ਰਹੇ ਹੋ, ਜਿਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਨੂੰ ਸਾਰੀ ਦੁਨੀਆ ਵਿੱਚ ਬੜਾ ਧੱਕਾ ਲੱਗਾ। ਭਾਵੇਂ ਉਹਦੇ ਜ਼ਿੰਮੇਵਾਰ ਇਹ ਬਾਦਲ ਪਰਿਵਾਰ ਨੇ, ਲੇਕਿਨ ਬਦਨਾਮੀ ਸਾਰੇ ਖਾਲਸਾ ਪੰਥ ਦੀ ਹੋਈ ਆ। ਕਿਉਂਕਿ ਭਾਵੇਂ ਕਬਜ਼ਾ ਇਹਨਾਂ ਦਾ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਖਾਲਸਾ ਪੰਥ ਦੀ ਆ। ਸੋ ਇਸ ਕਰਕੇ ਲੋਕੀ ਚਾਹੁੰਦੇ ਸੀ ਕਿ ਇਹਨਾਂ ਹਾਲਾਤਾਂ ਨੂੰ ਠੀਕ ਕਰਨ ਵਾਸਤੇ ਦੁਬਾਰਾ ਇਲੈਕਸ਼ਨ ਹੋਵੇ ਤੇ ਜਿਹੜੇ ਅਗਲੇ ਮੈਂਬਰ ਚੁਣ ਕੇ ਆਉਣ ਉਹ ਚੰਗੇ ਸਾਫ ਸੁਥਰੇ ਤੇ ਐਸੀ ਯੋਗਤਾ ਦੇ ਹੋਣ ਜਿਹੜੇ ਗੁਰਦੁਆਰਾ ਸਾਹਿਬਾਨ ਦੀ ਦਾ ਪ੍ਰਬੰਧ ਜਿਹੜਾ ਉਹ ਪੂਰੀ ਯੋਗਤਾ ਨਾਲ ਕਰਨ ਦੇ ਸਮਰੱਥ ਹੋਣ। ਅਸੀਂ ਇਹ ਫੈਸਲਾ ਕੀਤਾ ਆ। ਵੇਖੋ, ਮੈਂ ਆਪਣੀ ਗੱਲ ਵੀ ਪਹਿਲਾਂ ਕਰਦਾ ਵੀ ਮੈਂ ਹੁਣ ਮੈਂਬਰ ਆ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਮੈਂ ਫੈਸਲਾ ਕਰ ਲਿਆ ਵੀ ਆਪਣੀ ਜ਼ਿੰਦਗੀ 'ਚ ਕੋਈ ਇਲੈਕਸ਼ਨ ਨਹੀਂ ਲੜਨੀ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜਨੀ ਆ, ਨਾ MLA MP ਦੀ ਇਲੈਕਸ਼ਨ ਲੜਨੀ ਆ। ਜਿਹੜੇ ਰਹਿੰਦੇ ਸਵਾਸ ਨੇ ਉਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ, ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਲਾਉਣੇ ਨੇ। ਅਸੀਂ ਚਾਹੁੰਦੇ ਆ, ਮੈਂ ਵੀ ਚਾਹੁੰਦਾ, ਮੇਰੀ ਪਾਰਟੀ ਵੀ ਚਾਹੁੰਦੀ ਆ ਕਿ ਅਸੀਂ ਐਸੇ ਨੁਮਾਇੰਦੇ ਜਿਹੜੇ ਆ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰ ਕੇ ਜਿਤਾਈਏ, ਜਿਹੜੇ ਲੋਕ ਜਿਹੜੀਆਂ ਪਿਛਲੀਆਂ ਬਦਨਾਮੀਆਂ ਹੋਈਆਂ ਨੇ ਉਹਨਾਂ ਨੂੰ ਧੋਣ ਦੇ ਕਾਬਲ ਹੋਣ, ਗੁਰਸਿੱਖ ਹੋਣ, ਮਨ ਕਰਕੇ ਪੂਰੇ ਧਰਮੀ ਹੋਣ, ਰਹਿਤ ਮਰਜ਼ਾਦਾ 'ਚ ਪੂਰੇ ਹੋਣ, ਰਹਿਤ ਮਰਜ਼ਾਦਾ ਦੀ ਉਹਨਾਂ ਨੂੰ ਜਾਣਕਾਰੀ ਹੋਵੇ ਔਰ ਦੂਜਿਆਂ ਨੂੰ ਰਹਿਤ ਮਰਜ਼ਾਦਾ 'ਤੇ ਚੱਲਣ ਦੀ ਪ੍ਰੇਰਨਾ ਦੇਣ ਦੇ ਲਾਇਕ ਹੋਣ, ਜਿਹੜੇ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਉਹ ਵਧੀਆ ਢੰਗ ਨਾਲ ਚਲਾਉਣ ਵਾਲੇ ਹੋਣ। ਉਹ ਭਾਵੇਂ ਸਾਡੀ ਪਾਰਟੀ ਦੇ ਹੋਣ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਹੋਣ ਜਾਂ ਕਿਸੇ ਵੀ ਪਾਰਟੀ ਦੇ ਨਾ ਹੋਣ, ਅਸੀਂ ਉਸ ਉਮੀਦਵਾਰ ਦਾ ਸਮਰਥਨ ਕਰਾਂਗੇ ਜਿਹੜਾ SGPC ਦੇ ਮੈਂਬਰ ਦੀ ਯੋਗਤਾ ਰੱਖਦਾ ਹੋਊਗਾ। ਉਹ ਭਾਵੇਂ ਸਾਡੀ ਪਾਰਟੀ ਦਾ ਹੋਵੇ, ਭਾਵੇਂ ਕਿਸੇ ਪਾਰਟੀ ਦਾ ਹੋਵੇ। ਸੋ ਸਾਨੂੰ ਇਸ ਗੱਲ ਨਾਲ ਗਰਜ ਨਹੀਂ ਕਿ ਜਿਵੇਂ ਬਾਦਲ ਪਰਿਵਾਰ ਨੇ ਕਬਜ਼ਾ ਕੀਤਾ ਜਾਂ ਅਕਾਲੀ ਦਲ ਨੇ ਉੱਤੇ ਕਬਜ਼ਾ ਕੀਤਾ ਆ, ਸਾਡਾ ਕਬਜ਼ਾ ਕਰਨ ਦਾ ਕੋਈ ਮਨਸ਼ਾ ਨਹੀਂ ਵੀ ਸਾਡੀ ਪਾਰਟੀ ਦਾ ਉਹਦੇ 'ਤੇ ਕਬਜ਼ਾ ਹੋਵੇ। ਅਸੀਂ ਚਾਹੁੰਦੇ ਹਾਂ ਕਿ ਜਿਹੜੀ ਬਦਨਾਮੀ ਪਿੱਛੇ ਹੋਈ ਆ, ਐਸੇ ਮੈਂਬਰ ਚੁਣ ਕੇ ਜਾਣ, ਐਸਾ ਉਹਨਾਂ ਦਾ ਆਗੂ ਉੱਥੇ ਹੋਵੇ ਜਿਹੜਾ ਪਿਛਲੀ ਹੋਈ ਬਦਨਾਮੀ ਨੂੰ ਠੀਕ ਕਰਨ ਦੇ ਸਮਰੱਥ ਹੋਵੇ। ਸਰ, ਸਭ ਬਹੁਤ ਵੱਡਾ ਬਜਟ ਹੈਗਾ ਕਿਉਂਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ, ਕਿਉਂਕਿ ਸਿੱਖ ਸੰਗਤ ਇੱਕ ਇਹੋ ਜਿਹੀ ਸੰਗਤ ਹੈ ਜੀ ਪੂਰੀ ਦੁਨੀਆ ਦੇ ਵਿੱਚ ਕਿ ਜਿੰਨਾ ਇਹਨਾਂ ਦਾ ਆਪਣੇ ਧਰਮ ਜਾਂ ਗੁਰਦੁਆਰਿਆਂ ਦੇ ਵਿੱਚ ਵਿਸ਼ਵਾਸ ਹੈ ਸ਼ਾਇਦ ਹੀ ਕਿਸੇ ਹੋਰ ਧਰਮ ਦਾ ਹੋਵੇ। ਕਈ ਹਜ਼ਾਰ ਕਰੋੜਾਂ ਦੇ ਵਿੱਚ ਬਜਟ ਚਲਾ ਗਿਆ ਜੀ। ਤੇ ਜਿਸ ਤਰ੍ਹਾਂ ਗੱਲ ਸਾਹਮਣੇ ਆਈ ਹੈ ਕਿ ਜੋ CA ਸੀ ਉਹਨੂੰ ਕਰੋੜ ਰੁਪਏ ਦਿੱਤਾ ਜਾਂਦਾ ਸੀ ਤੇ ਉਹਦਾ ਇਨਕਮ ਟੈਕਸ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਰਦੀ ਸੀ। ਤੁਹਾਨੂੰ ਲੱਗਦਾ ਕਿ ਇਸੇ ਤਰ੍ਹਾਂ ਹੋਰ ਵੀ ਕਈ ਪਾਸੇ ਇਹਦਾ ਐਂਬੈਜ਼ਲਮੈਂਟ ਹੋ ਰਿਹਾ ਜੀ, ਵੀ ਜਿੰਨਾ ਉਹ ਪੈਸਾ ਆਉਂਦਾ ਸੀਗਾ ਤੇ ਉਹ ਖੇ ਖਰਾਬੀ ਕੀਤੀ ਜਾਂਦੀ ਹੈ ਹੋਰ ਵੀ ਕਈ ਗੱਲਾਂ 'ਚ ਉਹਨਾਂ ਦੀ? ਇਹ ਤਾਂ ਗਿਣਤੀ ਕਰਨ ਲੱਗੀ ਤਾਂ ਬਹੁਤ ਲੰਬਾ ਚੌੜਾ ਆ। ਵੇਖੋ, ਤੁਹਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਦਾ ਆਪਣੀ ਸ਼ਤਾਬਦੀ ਮਨਾਈ ਗਈ ਹੈ।
15 ਕਰੋੜ ਰੁਪਏ ਦਾ ਟੈਂਟ ਲੱਗਾ, ਕਦੀ ਅੱਜ ਤੱਕ ਸੁਣਿਆ ਹੀ ਨਹੀਂ। ਮੈਂ ਜਦੋਂ ਖਾਲਸਾ ਪੰਥ ਦਾ ਆਪਣੇ 300 ਸਾਲਾ ਮਨਾਇਆ, ਉਸ ਵੇਲੇ ਮੈਂ ਪਬਲਿਕ ਰਿਲੇਸ਼ਨ ਮਿਨਿਸਟਰ ਸਾਂ ਅਤੇ ਸਾਰੇ ਪ੍ਰਬੰਧ ਮੈਂ ਆਪ ਕੀਤੇ ਸੀ। ਵੱਡੇ ਤੋਂ ਵੱਡੇ ਪੰਡਾਲ ਵੀ ਜਿਹੜੇ, ਕੋਈ ਵੀ 1 ਕਰੋੜ ਰੁਪਏ ਦਾ ਪੰਡਾਲ ਨਹੀਂ ਸੀ ਲੱਗਾ, ਇਹਦੋਂ ਥੱਲੇ ਥੱਲੇ ਰਹੇ ਸੀ, ਅਤੇ ਅੱਜ 15 ਕਰੋੜ ਦਾ ਪੰਡਾਲ ਹੀ ਲਾਇਆ। ਸੋ ਆ ਪਿੱਛੇ ਇੱਕ ਖਬਰ ਆਈ ਸੀ, ਜਦੋਂ ਕਰੋਨਾ ਸ਼ੁਰੂ ਹੋਇਆ, ਗੁਰਦੁਆਰਾ ਸਾਹਿਬਾਨ 'ਚ ਵੀ ਸਾਰੀ ਸੰਗਤ ਜਿਹੜੀ ਆ ਰੋਕ ਦਿੱਤੀ ਵੀ ਨਹੀਂ ਜਾਣਾ ਕਿਸੇ ਨੇ, ਲੰਗਰ ਬੰਦ ਹੋ ਗਏ, ਅਤੇ ਉੱਥੇ ਇੱਕ ਬਿੱਲ ਪੈ ਗਿਆ 15 ਲੱਖ ਰੁਪਏ ਦੀ ਸਬਜ਼ੀ ਆਈ ਆ, ਜਦੋਂ ਕਿ ਲੰਗਰ ਬਣਿਆ ਹੀ ਨਹੀਂ, ਅਤੇ 15 ਲੱਖ ਦਾ ਬਿੱਲ ਪਾਤਾ। ਹੁਣ ਇੱਦਾਂ ਦੀਆਂ ਕਿੰਨੀਆਂ ਘਟਨਾਵਾਂ ਮੈਂ ਤੁਹਾਨੂੰ ਗਿਣ ਕੇ ਦੱਸ ਸਕਦਾ। ਆ ਹੁਣ ਆਪ ਹੀ ਕਹੀ ਜਾਂਦੇ ਆ ਲੌਂਗੋਵਾਲ ਸਾਹਿਬ ਵੀ ਜਿਹੜੇ 328 ਸਰੂਪ ਨੇ ਉਹ ਮੁਲਾਜ਼ਮਾਂ ਨੇ ਵੇਚ ਕੇ ਅਤੇ ਪੈਸੇ ਜੇਬਾਂ 'ਚ ਪਾ ਲਏ। ਇੱਥੇ ਤਾਂ ਗੁਰੂ ਨੂੰ ਵੇਚਣ ਤੱਕ ਚਲੇ ਗਏ, ਅਤੇ ਹੋਰ ਇਹ ਕਿਹੜੀ ਚੀਜ਼ ਨਹੀਂ ਵੇਚ ਸਕਦੇ ਅਤੇ ਕਿਹੜੀ ਹੇਰਾਫੇਰੀ ਨਹੀਂ ਹੋ ਸਕਦੀ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਹੋਈਆਂ, ਇਹਦੇ ਨਾਲ ਬਹੁਤ ਵੱਡੀ ਬਦਨਾਮੀ ਹੋਈ ਆ SGPC ਦੀ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮਾਣ, ਇੱਜ਼ਤ, ਸਤਿਕਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹਨਾਂ ਨੇ ਬਰਬਾਦ ਕੀਤਾ, ਜੋ ਹਾਲਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਹਨਾਂ ਪੈਦਾ ਕੀਤੇ ਨੇ, ਜਾਂ ਜਿਹੜਾ ਹਸ਼ਰ ਅਕਾਲੀ ਦਲ ਦਾ ਹੋਇਆ, ਇਹ ਤਿੰਨੇ ਹੀ ਸਿੱਖ ਸੰਸਥਾਵਾਂ ਨੇ ਜਿਨ੍ਹਾਂ ਕਰਕੇ ਸਾਡਾ ਮਾਣ, ਇੱਜ਼ਤ ਅਤੇ ਸਤਿਕਾਰ ਸਾਰੇ ਸੰਸਾਰ ਵਿੱਚ ਸੀ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੇ ਜਿਹੜਾ ਗਵਾਇਆ ਉਹ ਮੁੜ ਕੇ ਬਹਾਲ ਹੋਵੇ, ਹੋਰ ਸਾਡਾ ਕੋਈ ਨਿਸ਼ਾਨਾ ਨਹੀਂ। ਅਸੀਂ ਇਹ ਚਾਹੁੰਦੇ ਹਾਂ ਵੀ ਇਹ ਜਿਹੜੀਆਂ 3 ਸਿੱਖ ਸੰਸਥਾਵਾਂ ਨੇ, ਇਹਨਾਂ ਨੂੰ ਜੋ ਇਹਨਾਂ ਦੇ ਮਾਨ ਸਤਿਕਾਰ ਨੂੰ ਸੱਟ ਵੱਜੀ ਆ, ਉਹਨੂੰ ਅਸੀਂ ਮੁੜ ਕੇ ਪੈਰਾਂ ਸਿਰ ਲੈ ਕੇ ਆਈਏ। ਸਿੱਖਵਾਂ ਸਾਹਿਬ, ਇਸ ਟਾਈਮ ਕਿਸਾਨ ਆਰਡੀਨੈਂਸ ਨੂੰ ਲੈ ਕੇ ਸਾਰੀ ਉਥਲ ਪੁਥਲ ਮਚੀ ਪਈ ਹੈ ਪੂਰੇ ਪੰਜਾਬ ਦੇ ਵਿੱਚ। ਸਿਆਸੀ ਪਾਰਟੀਆਂ ਆਪਣਾ ਅਲੱਗ ਰੱਖ ਰਹੀਆਂ ਨੇ, ਰਾਹੁਲ ਗਾਂਧੀ ਦੀ ਫੇਰੀ ਹੋਈ, ਪਰੰਤੂ ਜਿਹੜੇ ਕਿਸਾਨ ਨੇ ਉਹ ਕਹਿੰਦੇ ਨੇ ਵੀ ਕੋਈ ਵੀ ਸਿਆਸੀ ਬੰਦਾ ਸਾਡੀ ਸਟੇਜ 'ਤੇ ਆਉਣਾ ਨਹੀਂ ਚਾਹੀਦਾ। ਰੇਲ ਗੱਡੀਆਂ ਦੇ ਉਹ ਰੋਕੇ ਹੋਏ ਨੇ ਜੀ ਰਸਤੇ। ਤੁਹਾਨੂੰ ਕੀ ਲੱਗ ਰਿਹਾ ਜੀ, ਆਉਣ ਵਾਲੇ ਟਾਈਮ ਦੇ ਵਿੱਚ ਕੁਝ ਬਦਲੇਗਾ ਇਹਦੇ ਵਿੱਚ? ਵੇਖੋ, ਗੱਲ ਹੈ ਕੋਈ ਵੀ ਐਜੀਟੇਸ਼ਨ ਜਿਹੜੀ ਆ ਉਹਦੇ ਨਾਲ ਨੁਕਸਾਨ ਤੇ ਸਟੇਟ ਦਾ, ਦੇਸ਼ ਦਾ ਹੁੰਦਾ ਆ। ਹੁਣ ਜਿਵੇਂ ਰੇਲਾਂ ਬੰਦ ਹੋਈਆਂ ਪਈਆਂ ਨੇ ਅਤੇ ਖਬਰਾਂ ਆ ਰਹੀਆਂ ਕਿ ਜਿਹੜੇ ਆਪਣੇ ਥਰਮਲ ਪਲਾਂਟ ਨੇ ਉਹਨਾਂ ਦਾ ਕੋਲਾ ਮੁੱਕਣ ਵਾਲਾ, ਡੀਜ਼ਲ ਪੈਟਰੋਲ ਜਿਹੜਾ ਉਹ ਮੁੱਕਣ ਵਾਲਾ ਆ। ਅਗਲੀਆਂ ਸਟੇਟਾਂ ਜਿਨ੍ਹਾਂ ਨੂੰ ਇੱਥੋਂ ਸਪਲਾਈ ਸਾਰੀ ਜਾਣੀ ਸੀ, ਉਹਨਾਂ ਦਾ ਵੀ ਰਾਸ਼ਨ ਪਾਣੀ ਜਾਂ ਜੋ ਵੀ ਚੀਜ਼ਾਂ ਨੇ ਉਹ ਮੁੱਕਣ ਵਾਲੀਆਂ ਨੇ। ਇਹਦਾ ਨੁਕਸਾਨ ਤਾਂ ਹੋ ਰਿਹਾ। ਕੇਂਦਰ ਸਰਕਾਰ ਨੂੰ ਚਾਹੀਦਾ ਆ ਵੀ ਇਹਨੂੰ ਡਿਲੇ ਨਾ ਕਰਨ, ਕਿਸਾਨਾਂ ਨਾਲ ਬਹਿ ਕੇ ਗੱਲ ਕਰਕੇ ਇਹ ਐਜੀਟੇਸ਼ਨ ਮੁਕਾਉਣੀ ਚਾਹੀਦੀ ਆ। ਕਿਸਾਨਾਂ ਦੀ ਤਸੱਲੀ ਹੋਣੀ ਚਾਹੀਦੀ ਆ। ਵੇਖੋ, ਕਿਸੇ ਦਾ ਜੀ ਨਹੀਂ ਕਰਦਾ ਧੁੱਪੇ ਆਣ ਕੇ ਰੇਲ ਦੀ ਪਟੜੀ 'ਤੇ ਲੰਮੇ ਪੈ ਰਹੋ, ਬੱਚੇ ਲੈ ਕੇ, ਬੀਬੀਆਂ ਆਣ ਕੇ ਬੈਠੀਆਂ, ਬਜ਼ੁਰਗ ਆਣ ਕੇ ਬੈਠੇ ਨੇ, ਕਿਸੇ ਦਾ ਜੀ ਨਹੀਂ ਕਰਦਾ ਆਪਣਾ ਘਰ ਛੱਡ ਕੇ ਆਣ ਕੇ ਉੱਥੇ ਬਹਿਣ ਦੇ। ਉਹ ਵਾਕਿਆ ਦੁਖੀ ਨੇ, ਔਰ ਉਹਨਾਂ ਦੇ ਦੁੱਖ ਨੂੰ ਸਮਝਦੇ ਹੋਏ ਕੇਂਦਰ ਸਰਕਾਰ ਨੂੰ ਚਾਹੀਦਾ ਆ ਕਿ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਮਸਲਾ ਹੱਲ ਕਰਨ। ਸਰ, ਅਸੀਂ ਕਈ ਭਾਜਪਾ ਲੀਡਰਾਂ ਦੀ ਗੱਲ ਕਰਦੇ ਹਾਂ ਕਿ ਉਹ ਕਹਿੰਦੇ ਨੇ ਜੀ ਕਿ ਸਾਡੇ ਕੋਲ ਕੋਈ ਆਵੇ ਤਾਂ ਅਸੀਂ ਲਿਜਾਣ ਨੂੰ ਤਿਆਰ ਹਾਂ ਦਿੱਲੀ ਇਹਨਾਂ ਨੂੰ ਵੀ, ਪਰ ਸਾਨੂੰ ਇਹ ਦੱਸਿਆ ਜਾਵੇ ਕਿ ਕਿਹੜੀਆਂ ਸੋਧਾਂ ਕਰਨੀਆਂ ਚਾਹੀਦੀਆਂ ਨੇ ਵਿੱਚ ਆਰਡੀਨੈਂਸ 'ਤੇ। ਵੇਖੋ, ਇਹ ਤਾਂ ਬਹਾਨੇ ਬਣਾਉਣ ਵਾਲੀ ਗੱਲ ਆ ਜਾਂ ਟਾਲਣ ਵਾਲੀ ਗੱਲ ਆ। ਕਿਹਨੂੰ ਨਹੀਂ ਪਤਾ ਵੀ ਉਹਨਾਂ ਦੀਆਂ ਕੀ ਮੰਗਾਂ ਨੇ। ਮੇਰਾ ਖਿਆਲ ਆ ਕੋਈ ਵੀ ਅਖਬਾਰ ਪੰਜਾਬੀ, ਹਿੰਦੀ, ਅੰਗਰੇਜ਼ੀ ਦੀ ਨਹੀਂ ਜਿੱਥੇ ਵਿਦਵਾਨਾਂ ਦੇ ਆਰਟੀਕਲ ਨਹੀਂ ਆਏ, ਜਿੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀਆਂ ਸਟੇਟਮੈਂਟਾਂ ਨਹੀਂ ਆਈਆਂ। ਰੋਜ਼ ਉਹ ਭਾਸ਼ਣ ਦੇ ਰਹੇ ਆ। ਸਾਰੀਆਂ ਏਜੰਸੀਆਂ ਕੇਂਦਰ ਸਰਕਾਰ ਦੀਆਂ, IB ਆ, CBI ਆ, ਰਾਹ ਆ, ਜਿਹੜੀਆਂ ਉਹਨਾਂ ਨੂੰ ਰੋਜ਼ ਕਵਰ ਕਰ ਰਹੀਆਂ, ਉਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਵੀ ਆਪਣੇ ਕਿਸਾਨ ਕਿਹੜੀ ਗੱਲੋਂ ਦੁਖੀ ਆ। ਇਹ ਬਹਾਨੇ ਬਣਾਉਂਦੇ। ਅੱਛਾ, ਫਿਰ ਤੁਸੀਂ ਸਾਡੇ ਕੋਲ ਆਓ ਜੀ, ਸਾਨੂੰ ਆਣ ਕੇ ਦੱਸੋ ਜੀ ਕੀ ਗੱਲ, ਤੁਸੀਂ ਕਿਸਾਨਾਂ ਨੂੰ ਵੱਡੇ ਹੋ ਗਏ? ਤੁਸੀਂ ਜਿਹੜਾ ਦੁਖੀ ਆ ਉਹ ਕੋਈ ਇੱਕ ਬੰਦਾ ਨਹੀਂ, ਕੋਈ ਇੱਕ ਪਰਸਨੈਲਿਟੀ ਨਹੀਂ। ਇਹ ਸਾਰੀ ਜਥੇਬੰਦੀ ਜਿਹੜੀ ਆ, ਕਿਸਾਨ ਜਥੇਬੰਦੀ, ਇਹ ਸਾਰੇ ਹਿੰਦੁਸਤਾਨ ਦੇ 80% ਲੋਕ ਇਹਦੇ ਨਾਲ ਸੰਬੰਧਿਤ ਨੇ। ਕੋਈ ਸਿੱਧਾ ਵਾ, ਕੋਈ ਸਿੱਧੇ ਢੰਗ ਨਾਲ ਸੰਬੰਧਿਤ ਆ। ਅਤੇ ਤੁਸੀਂ ਜਿਹੜੇ ਹਿੰਦੁਸਤਾਨ ਦੇ 80% ਲੋਕ ਆ, ਉਹਨਾਂ ਦੇ ਮਨ ਵਿੱਚ ਤੁਹਾਡੀ ਕੋਈ ਕਦਰ ਨਹੀਂ। ਉਹ ਅੱਜ ਦੁਖੀ ਹੋ ਰਹੇ ਆ, ਉਹਨਾਂ ਦਾ ਨੁਕਸਾਨ ਹੋ ਰਿਹਾ, ਇਹ ਸਮੁੱਚੇ ਦੇਸ਼ ਦਾ ਨੁਕਸਾਨ ਹੋ ਰਿਹਾ ਆ। ਅਤੇ ਇੱਕ ਪਾਸੇ 'ਤੇ ਤੁਸੀਂ ਇਹ ਗੱਲਾਂ ਕਰਦੇ ਹੋ ਕਿ ਅਸੀਂ ਬੜੇ ਵੱਡੇ ਦੇਸ਼ ਭਗਤ ਹਾਂ।
ਤੇ ਤੁਸੀਂ ਜੇ ਦੇਸ਼ ਭਗਤ ਹੋ ਤਾਂ ਫਿਰ ਐਡਾ ਵੱਡਾ ਨੁਕਸਾਨ ਕਿਉਂ ਹੋ ਰਿਹਾ? ਜਿਹੜੀ ਗੱਲ ਤੁਸੀਂ ਅੱਜ ਤੋਂ 10 ਦਿਨ ਬਾਅਦ ਕਰਨੀ ਹੈ, ਅੱਜ ਕਿਉਂ ਨਹੀਂ? ਔਰ ਇਹ ਮੈਂ ਅਪੀਲ ਕਰਨਾ ਮੋਦੀ ਜੀ ਨੂੰ ਕਿ ਤੁਸੀਂ ਆਪ ਇਨੀਸ਼ੀਏਟ ਲਓ, ਆਪ ਇਨੀਸ਼ੀਏਟ ਲੈ ਕੇ ਜਿਹੜੇ ਕਿਸਾਨਾਂ ਦੇ ਲੀਡਰ ਨੇ ਉਹਨਾਂ ਨੂੰ ਬਹਾ ਕੇ ਉਹਨਾਂ ਦੀ ਗੱਲ ਸੁਣੋ, ਉਹਨਾਂ ਦਾ ਆਪਣੇ ਦਰਦ ਸੁਣੋ, ਜਿਹੜਾ ਵੀ ਜਿਵੇਂ ਵੀ ਜਿਸ ਢੰਗ ਨਾਲ ਵੀ ਮਸਲਾ ਹੱਲ ਹੁੰਦਾ ਉਹਨਾਂ ਨੂੰ ਸੈਟੀਸਫਾਈ ਕਰੋ ਤੇ ਇਹ ਮਸਲਾ ਹੱਲ ਹੋਵੇ। ਸਰ ਇਸੇ ਗੱਲ ਨੂੰ ਲੈ ਕੇ ਰਾਹੁਲ ਗਾਂਧੀ ਨੇ 3 ਦਿਨਾਂ ਦੀ ਫੇਰੀ ਕੀਤੀ ਜੀ, ਪੰਜਾਬ ਦੇ ਵਿੱਚ ਘੁੰਮੇ ਹੈਗੇ, ਜ਼ਿਆਦਾ ਮਾਲਵਾ ਇਲਾਕੇ ਦੇ ਵਿੱਚ, ਤੁਸੀਂ ਕਿਵੇਂ ਦੇਖਦੇ ਹੋ ਉਹਨੂੰ? ਵੇਖੋ, ਇਹ ਜਿਹੜੇ ਪੋਲੀਟੀਕਲ ਲੋਕ ਨੇ, ਮੈਂ ਵੀ ਭਾਵੇਂ ਇਹਨਾਂ 'ਚ ਹੀ ਹਾਂ, ਇਹਨਾਂ ਨੂੰ ਕਿਸੇ ਨੂੰ ਕੋਈ ਹਮਦਰਦੀ ਕਿਸਾਨ ਨਾਲ ਨਹੀਂ। ਇਹ ਸਾਰੀਆਂ ਆਪੋ ਆਪਣਾ ਪੋਲੀਟੀਕਲ ਰੋਟੀਆਂ ਸੇਕਣ ਡਏ ਆ। ਇਹਨਾਂ ਨੂੰ ਸਾਰਿਆਂ ਨੂੰ 2022 ਦੀ ਇਲੈਕਸ਼ਨ ਦੇਖਦੀ ਆ ਕਿ 2022 'ਚ ਇਲੈਕਸ਼ਨ ਆ ਜਾਣੀ ਆ ਤੇ ਅਸੀਂ ਕਿਸੇ ਤਰ੍ਹਾਂ ਕਿਸਾਨਾਂ ਨੂੰ ਖੁਸ਼ ਕਰਕੇ ਆਪਣੇ ਨਾਲ ਲਾ ਲਈਏ। ਉਹ ਭਾਵੇਂ ਸੁਖਬੀਰ ਬਾਦਲ ਹੋਣਾ ਦੇ ਮਾਰਚ ਨੇ ਤੇ ਭਾਵੇਂ ਰਾਹੁਲ ਗਾਂਧੀ ਦੇ ਮਾਰਚ ਨੇ, ਇਹਨਾਂ ਦੋਵਾਂ ਨੂੰ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ, ਉਹਨੂੰ ਪਤਾ ਹੈ ਵੀ ਕਣਕ ਕਿੱਥੇ ਬੀਜਦੇ ਆ ਤੇ ਕਿੰਨਾ ਚਿਰ ਉਹ ਫਸਲ ਕਿਵੇਂ ਹੁੰਦੀ ਆ ਤੇ ਕਦੋਂ ਵੱਢੀ ਦੀ ਆ ਤੇ ਕਿਵੇਂ ਉਹਦਾ ਪ੍ਰੋਸੀਜਰ ਆ ਸਾਰਾ, ਉਂਝ ਹੀ ਨਹੀਂ ਪਤਾ ਉਹਨੂੰ ਕਿਸਾਨੀ ਬਾਰੇ ਜਾਣਕਾਰੀ ਕੋਈ ਨਹੀਂ। ਤੇ ਸੁਖਬੀਰ ਦਾ ਵੀ ਇਹੋ ਹਾਲ ਆ। ਸੋ ਇਸ ਕਰਕੇ ਇਹਨਾਂ ਨੂੰ ਕਿਸਾਨੀ ਨਾਲ ਕੋਈ ਗਰਜ ਨਹੀਂ, ਇਹ ਤੇ ਆਪਣੀਆਂ ਪੋਲੀਟੀਕਲ ਰੋਟੀਆਂ ਸੇਕ ਰਿਹਾ। ਤੇ ਸਰ ਇਹਦੇ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਸਵਾਲ ਹੈਗਾ ਮੇਰਾ ਕਿ ਨਵਜੋਤ ਸਿੱਧੂ ਨੂੰ ਬੁਲਾਇਆ ਗਿਆ ਘਰੋਂ, ਹਾਲਾਂਕਿ ਕਾਂਗਰਸ ਦੀ ਫੁੱਟ ਸਾਹਮਣੇ ਆ ਗਈ, ਇੱਕ ਦਿਨ ਸਟੇਜ ਤੇ ਉਹ ਆਏ ਤੇ ਮੁੜ ਕੇ ਉਹਨਾਂ ਨੂੰ ਬੁਲਾਇਆ ਨਹੀਂ ਗਿਆ, ਤੁਸੀਂ ਕਿਵੇਂ ਦੇਖਦੇ ਹੋ? ਵੇਖੋ, ਪਹਿਲੀ ਗੱਲ ਤੇ ਇਹ ਆ ਵੀ ਨਵਜੋਤ ਸਿੱਧੂ ਜੀ ਕਰੀਬ ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਲੋਕਾਂ 'ਚੋਂ ਕੱਟੇ ਰਹੇ ਆ, ਕਿਸੇ ਨੂੰ ਮਿਲੇ ਨਹੀਂ। ਕਿਹੜੀਆਂ ਕਿਹੜੀਆਂ ਵੱਡੀਆਂ ਘਟਨਾਵਾਂ ਵਾਪਰ ਗਈਆਂ ਪੰਜਾਬ ਵਿੱਚ, 100 ਤੋਂ ਵੱਧ ਬੰਦਾ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਿਆ, ਹੋਰ ਇਹੋ ਜਿਹੀਆਂ ਕਈ ਘਟਨਾਵਾਂ ਹੋਈਆਂ, ਲੇਕਿਨ ਉਹ ਇਹਨਾਂ ਘਟਨਾਵਾਂ ਕਰਕੇ ਵੀ ਲੋਕਾਂ ਨਾਲ ਆਣ ਕੇ ਮਿਲੇ ਨਹੀਂ। ਤੇ ਜਦੋਂ ਕੋਈ ਬੰਦਾ ਲੋਕਾਂ ਨਾਲੋਂ ਟੁੱਟ ਜੇ ਫਿਰ ਉਹਦਾ ਪੋਲੀਟੀਕਲੀ ਨੁਕਸਾਨ ਹੁੰਦਾ। ਜੇ ਉਹ ਆਏ ਆ ਤੇ ਪਹਿਲੀ ਗੱਲ ਵੀ ਉਹਨਾਂ ਨੂੰ ਕਾਂਗਰਸ ਪਾਰਟੀ 'ਚ ਜਾਣਾ ਨਹੀਂ ਸੀ ਚਾਹੀਦਾ। ਕਿੰਨਾ ਹਾਲਾਤਾਂ 'ਚ ਗਏ ਮੈਂ ਉਹਦੇ 'ਚ ਨਹੀਂ ਪੈਣਾ ਚਾਹੁੰਦਾ, ਲੇਕਿਨ ਕਾਂਗਰਸ ਪਾਰਟੀ ਵਿੱਚ ਉਹਨਾਂ ਦਾ ਕੋਈ ਜਗ੍ਹਾ ਮੈਨੂੰ ਜਾਪਦੀ ਨਹੀਂ। ਜਿਸ ਢੰਗ ਨਾਲ ਉਹਨਾਂ ਨੂੰ ਬੁਲਾ ਕੇ ਤੇ ਮੁੜ ਕੇ ਜਿਸ ਢੰਗ ਨਾਲ ਉਹਨਾਂ ਦਾ ਅਪਮਾਨ ਵੀ ਮੇਰੇ ਹਿਸਾਬ ਨਾਲ ਕੀਤਾ ਗਿਆ, ਉਹ ਆਪਣੇ ਸੁਭਾਅ ਦਾ ਆਦਮੀ ਆ। ਉਹ ਜਿਹੜੀ ਗੱਲ ਆ ਉਹ ਇਹ ਨਹੀਂ ਵੇਖਦਾ ਵੀ ਇੱਥੇ ਕੋਈ ਪਾਰਟੀ ਡਿਸਪਲਿਨ ਦੀ ਗੱਲ ਆ, ਕੋਈ ਲੀਡਰ ਦੇ ਖਿਲਾਫ ਆ ਜਾਂ ਕਿਸੇ ਦੇ ਹੱਕ 'ਚ ਆ ਜਾਂ ਕਿਸੇ ਦੇ ਖਿਲਾਫ ਜਾਂਦੀ ਆ ਗੱਲ, ਉਹ ਜਿਹੜੀ ਗੱਲ ਮਨ 'ਚ ਆਵੇ ਕਹਿ ਦਿੰਦਾ ਆ। ਲੇਕਿਨ ਪਾਰਟੀ ਡਿਸਪਲਿਨ ਵੀ ਕੋਈ ਚੀਜ਼ ਆ। ਪਰ ਮੈਂ ਸਮਝਦਾ ਵੀ ਉਹਦੀ ਹਰਮਨ ਪਿਆਰਤਾ ਵੀ ਇਸ ਕਰਕੇ ਹੀ ਆ ਵੀ ਉਹ ਨਾ ਲੀਡਰਸ਼ਿਪ ਵੇਖਦਾ, ਨਾ ਆਪਣੀ ਪਾਰਟੀ ਵੇਖਦਾ, ਨਾ ਆਪਣੀ ਸਰਕਾਰ ਵੇਖਦਾ। ਉਹ ਗੱਲ ਸਿੱਧੀ ਲੋਕਾਂ 'ਚ ਕਹਿ ਦਿੰਦਾ ਵਾ ਤੇ ਲੋਕ ਉਹਦੀ ਇਹ ਗੱਲ ਪਸੰਦ ਵੀ ਕਰਦੇ ਆ। ਹੁਣ ਮੈਂ ਉਹਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਜੇ ਵਾਕਈ ਤੇਰੇ ਮਨ ਵਿੱਚ ਪੰਜਾਬ ਵਾਸਤੇ ਪਿਆਰ ਹੈ, ਜਿਹੜਾ ਕਿ ਮੈਨੂੰ ਯਕੀਨ ਆ ਕਿ ਉਹਦੇ ਮਨ ਵਿੱਚ ਪੰਜਾਬ ਦੇ ਲੋਕਾਂ ਲਈ ਪਿਆਰ ਹੈ, ਕਿਉਂਕਿ ਪਿਛਲੀਆਂ ਕੁਝ ਘਟਨਾਵਾਂ ਜੇ ਵੇਖੀਆਂ ਜਾਣ, ਜਦੋਂ ਉਹਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਆ, ਉਹ ਸਾਰੇ ਘਟਨਾਕ੍ਰਮ ਨੂੰ ਵੇਖਿਆ ਜਾਵੇ ਉਸ ਵੇਲੇ ਉਹ ਕੇਂਦਰ 'ਚ ਵਜ਼ੀਰ ਵੀ ਬਣ ਸਕਦਾ ਸੀ, ਲੇਕਿਨ ਉਹਨੇ ਪੰਜਾਬ ਨੂੰ ਤਰਜੀਹ ਦਿੱਤੀ, ਇਹਨਾਂ ਅਹੁਦਿਆਂ ਵੱਲ ਨਹੀਂ ਵੇਖਿਆ। ਉੱਥੋਂ ਜਾਪਦਾ ਆ ਕਿ ਉਹਦੇ ਮਨ ਵਿੱਚ ਪੰਜਾਬ ਵਾਸਤੇ ਕੋਈ ਦਰਦ ਹੈਗਾ। ਮੈਂ ਸਮਝਦਾ ਜੇ ਦਰਦ ਹੈਗਾ ਆ ਤੇ ਲੋਕ ਉਹਨੂੰ ਉਡੀਕ ਰਹੇ ਆ ਮੈਦਾਨ 'ਚ ਆ। ਇਹ ਛੱਡ ਇਹਨਾਂ ਨੂੰ, ਇਹ ਜਿਹੜੇ ਕਾਂਗਰਸ ਪਾਰਟੀ ਆ ਇਹਨਾਂ ਨੂੰ ਛੱਡ, ਇਹਨਾਂ ਤੇਰੀ ਕਦਰ ਨਹੀਂ ਪਾਈ ਤੇ ਨਾ ਇਹਨਾਂ ਪਾਉਣੀ ਆ। ਇੱਥੇ ਅਜੇ ਵੀ ਇਹ ਗੱਲਾਂ ਕਹੀਆਂ ਜਾ ਰਹੀਆਂ ਕਿ ਇਹਨੂੰ ਤੇ 3 ਸਾਲ ਹੋਏ ਜੇ ਕਾਂਗਰਸ ਪਾਰਟੀ ਨੂੰ ਆਇਆ ਤੇ ਤੇਰੀ 3 ਸਾਲ ਕਰਕੇ ਕਦਰ ਹੀ ਕੋਈ ਨਹੀਂ। ਲੇਕਿਨ ਪੰਜਾਬ ਦੇ ਲੋਕ ਤੈਨੂੰ ਚਾਹੁੰਦੇ ਨੇ, ਤੈਨੂੰ ਪਿਆਰ ਕਰਦੇ ਆ, ਉਹਨਾਂ ਦੀਆਂ ਇੱਛਾਵਾਂ 'ਤੇ ਪੂਰੇ ਉਤਰੋ। ਆਓ ਅਸੀਂ ਸਾਰੇ ਰਲ ਕੇ ਅਸੀਂ ਵੀ ਤੁਹਾਡੇ ਨਾਲ ਹੋਵਾਂਗੇ। ਹੋਰ ਵੀ ਜਿਹੜੇ ਪੰਜਾਬ ਦੇ ਹਿੱਤੂ ਲੋਕ ਨੇ ਉਹ ਤੁਹਾਡਾ ਸਾਥ ਦੇਣਗੇ। ਪੰਜਾਬ ਚਾਹੁੰਦਾ ਆ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਨ੍ਹਾਂ ਤੋਂ ਦੁਖੀ ਹੋਏ ਪਏ ਆ, ਭਾਵੇਂ ਉਹ ਬਾਦਲ ਦਲ ਆ ਤੇ ਭਾਵੇਂ ਕਾਂਗਰਸ ਪਾਰਟੀ ਆ, ਇਹਨਾਂ ਦੋਵਾਂ ਤੋਂ ਦੁਖੀ ਹੋ ਕੇ ਤੀਸਰਾ ਬਦਲ ਚਾਹੁੰਦੇ ਆ। ਤੇ ਸਿੱਧੂ ਸਾਹਿਬ ਉਹ ਤੀਸਰਾ ਬਦਲ ਬਣਾਈਏ ਸਾਰੇ ਰਲ ਕੇ ਤੇ ਪੰਜਾਬ ਦਾ ਜਿਹੜਾ ਕੋ ਭਲਾ ਹੋ ਸਕੇ। ਸਰ ਮੇਰਾ ਆਖਰੀ ਸਵਾਲ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਨੇ ਹੁਣ ਆਪਣਾ ਹੈੱਡਕੁਆਟਰ ਵੀ ਬਣਾ ਲਿਆ ਜੀ,
ਤੇ ਅੱਗੇ 2022 ਦੇ ਵਿੱਚ ਇਲੈਕਸ਼ਨ ਹੈਗੇ ਨੇ, ਇੱਕ ਤਾਂ ਉਹਨਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਤੁਸੀਂ ਉਹਨਾਂ ਦੇ ਵਿੱਚ ਹਿੱਸਾ ਲਓਗੇ? ਤੇ ਦੂਸਰਾ, ਜਿਹੜੀ ਭਾਜਪਾ ਹੈਗੀ ਹੈ ਹੁਣ ਸੈਂਟਰ ਦੇ ਵਿੱਚ ਕਾਬਜ਼ ਹੈਗੀ ਆ, ਉਹ ਜ਼ਰੂਰ ਕਿਸੇ ਨਾ ਕਿਸੇ ਨਾਲ ਪੰਜਾਬ ਦੀਆਂ ਵੋਟਾਂ ਜਿੱਤਣ ਵਾਸਤੇ ਅਲਾਇੰਸ ਕਰਨਗੇ। ਕੀ ਤੁਹਾਡੀ ਪਾਰਟੀ ਉਹਨਾਂ ਨਾਲ ਅਲਾਇੰਸ ਕਰਨ ਵਾਸਤੇ ਰਾਜੀ ਹੋਵੇਗੀ? ਵੇਖੋ, ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹੈ, ਠੀਕ ਹੈ। ਸਾਡਾ ਪਾਰਟੀ ਦਾ ਦਫ਼ਤਰ ਜਿਹੜਾ ਉਹ ਹੁਣ ਉਹਦਾ ਉਦਘਾਟਨ ਹੋ ਚੁੱਕਾ ਆ। ਇਹਦੇ ਨਾਲ ਜਿਹੜਾ ਪਾਰਟੀ ਦੀ ਵਰਕਿੰਗ ਆ ਉਹ ਤੇਜ਼ ਹੋਏਗੀ। ਤੇ ਸਾਡਾ ਤਾਂ ਸਭ ਤੋਂ ਵੱਡਾ ਨਿਸ਼ਾਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। 22 ਦੀ ਇਲੈਕਸ਼ਨ ਤੇ ਉਦੋਂ ਬਾਅਦ ਦੀ ਆ, ਪਹਿਲਾਂ ਇਹ ਆ ਜਾਣੀ ਆ। ਇਹਦੇ ਵਾਸਤੇ ਸਾਡੀ ਤਿਆਰੀ ਆ ਔਰ ਅਸੀਂ ਜਿਹੜੀ ਮੀਟਿੰਗਾਂ ਜਿਹੜੀਆਂ ਕਰਕੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਚੰਗੇ ਲੋਕਾਂ ਦੇ ਹੱਥ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆ ਉਹ ਦਿਆਂਗੇ। ਰਹੀ ਗੱਲ 2022 ਦੀ ਇਲੈਕਸ਼ਨ ਵਿੱਚ ਕੀ ਕਰਨਾ, ਉਹ ਅਜੇ ਬਹੁਤ ਲੰਮਾ ਸਮਾਂ ਪਿਆ ਆ। ਉਹ ਜਦੋਂ ਉਸ ਵੇਲੇ ਆਪਣੇ ਸਮਾਂ ਆਏਗਾ ਤੇ ਫਿਰ ਫੈਸਲਾ ਕਰਾਂਗੇ। ਮਤਲਬ ਖੁੱਲ੍ਹ ਸਕਦੇ ਜੀ ਰਸਤੇ ਅੱਗੇ ਅਲਾਇੰਸ ਕਰਨ ਨਾਲ ਭਾਜਪਾ ਨਾਲ? ਨਹੀਂ, ਇਹ ਅਜੇ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਵੇਖੋ, ਇਸ ਵੇਲੇ ਜਿਹੜੀ ਪੋਜੀਸ਼ਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਬਣੀ ਆ, ਉਹ ਤਾਂ ਮੈਂ ਸਮਝਦਾ ਇਸ ਵੇਲੇ ਉਹਦੇ ਨਾਲ ਅਲਾਇੰਸ ਕਰਨ ਦੀ ਗੱਲ ਕਰਨੀ ਖੂਹ ਛਾਲ ਮਾਰਨ ਵਾਲੀ ਗੱਲ ਹੈ। ਅਸੀਂ ਕਿਉਂ ਕਰਾਂਗੇ? ਬਿਲਕੁਲ ਨਹੀਂ ਕਰਾਂਗੇ। ਪਹਿਲਾਂ ਸਾਡੇ ਕਿਸਾਨੀ ਦੇ ਮਸਲੇ, ਪੰਜਾਬ ਦੇ ਮਸਲੇ ਹੱਲ ਹੋਣ। ਜੇ ਅਸੀਂ ਵੇਖਾਂਗੇ ਕਿ ਇਹਨਾਂ ਨਾਲ ਕੋਈ ਆਪਣੇ ਸਮਝੌਤਾ ਕੀਤਿਆਂ ਪੰਜਾਬ ਦਾ ਭਲਾ ਹੋ ਸਕਦਾ, ਫਿਰ ਸੋਚਾਂਗੇ। ਲੇਕਿਨ ਅੱਜ ਸਾਡੇ ਮਨ ਵਿੱਚ ਉਹਨਾਂ ਨਾਲ ਸਮਝੌਤਾ ਕਰਨ ਦਾ ਕੋਈ ਖਿਆਲ ਨਹੀਂ। ਬਹੁਤ ਬਹੁਤ ਸ਼ੁਕਰੀਆ ਸੇਖਵਾਂ ਸਾਹਿਬ। ਸੋ ਇਹ ਸਨ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਂ, ਜਿਨ੍ਹਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਪਾਰਟੀ ਦਾ ਹੈੱਡਕੁਆਟਰ ਦੀ ਸਥਾਪਨਾ ਹੋ ਚੁੱਕੀ ਹੈ ਤੇ ਅੱਗੇ ਕਾਰਗੁਜ਼ਾਰੀਆਂ ਜਿਹੜੀਆਂ ਉਹ ਤੇਜ਼ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਉਹਨਾਂ ਦਾ ਨਿਸ਼ਾਨਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ। ਤੇ ਉਸ ਤੋਂ ਬਾਅਦ 2022 ਦੀਆਂ ਚੋਣਾਂ ਦੇ ਵਿੱਚ ਵੀ ਉਹ ਹਿੱਸਾ ਲੈਣਗੇ। ਅਗਰ ਹਾਲਾਤ ਹੋਏ ਤਾਂ ਕਿਸੇ ਨਾਲ ਅਲਾਇੰਸ ਵੀ ਕਰ ਸਕਦੇ ਨੇ। ਨਵਜੋਤ ਸਿੱਧੂ ਨੂੰ ਵੀ ਉਹਨਾਂ ਨੇ ਸਮਰਥਨ ਕੀਤਾ ਹੈਗਾ ਕਿ ਉਹ ਉਹਨਾਂ ਦੀ ਪਾਰਟੀ ਦੇ ਵਿੱਚ ਆ ਸਕਦੇ ਨੇ ਕਿ ਰਲ ਕੇ ਪੰਜਾਬ ਦੇ ਬਾਰੇ ਕੁਝ ਸੋਚਿਆ ਜਾਵੇ। ਤੇ ਬਾਕੀ ਕਿਸਾਨ ਆਰਡੀਨੈਂਸ ਦੀ ਗੱਲ ਕਰਦੇ ਹੋਏ ਉਹ ਕਹਿੰਦੇ ਨੇ ਕਿ ਜੋ ਰੇਲ ਰੋਕੀਆਂ ਹੋਈਆਂ ਨੇ, ਇਹਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਕੰਮਾਂ ਦੇ ਵਿੱਚ, ਜੋ ਕਿ ਰੋਜ਼ਾਨਾ ਦੇ ਕੰਮ ਸਾਡੇ ਲੋਕਾਂ ਦੇ ਹੈਗੇ ਨੇ, ਉਹਨਾਂ ਦੇ ਵਿੱਚ ਇੱਕ ਖੜੋਤ ਆ ਜਾਏਗੀ, ਠੱਪ ਹੋ ਜਾਣਗੇ। ਕਿਉਂਕਿ ਰੇਲ ਗੱਡੀਆਂ ਰਾਹੀਂ ਹੀ ਅਸੀਂ ਇੰਧਨ ਲੈ ਕੇ ਆਉਂਦੇ ਹਾਂ, ਕੋਲਾ ਢੋਇਆ ਜਾਂਦਾ ਹੈ, ਜਿਹਦੇ ਨਾਲ ਪਾਵਰ ਬਣਦੀ ਹੈਗੀ ਹੈ, ਇਹ ਵੀ ਬੰਦ ਹੋ ਜਾਵੇਗੀ। ਤੇ ਇਸ ਵਕਤ ਫਸਲ ਮੰਡੀਆਂ ਦੇ ਵਿੱਚ ਆ ਗਈ ਹੈ ਤੇ ਇਹ ਵੀ ਨਹੀਂ ਚੱਕੀ ਜਾਏਗੀ। ਤੇ ਜੋ ਪੈਟਰੋਲ ਤੇ ਡੀਜ਼ਲ ਆਉਂਦਾ ਉਹ ਵੀ ਮੇਨ ਸੋਰਸ ਹੈ ਜਿਹੜਾ, ਉਹ ਵੀ ਟ੍ਰੇਨਸ ਹੀ ਹੈਗੀਆਂ ਨੇ, ਉਹ ਵੀ ਨਹੀਂ ਆ ਜਾਵੇਗਾ। ਤਾਂ ਸੋ ਇੱਕ ਤਰ੍ਹਾਂ ਭਾਜਪਾ ਨੂੰ ਇੱਕ ਅਪੀਲ ਕੀਤੀ ਉਹਨਾਂ ਨੇ ਕਿ ਇਹਨਾਂ ਨੂੰ ਇਸ ਆਰਡੀਨੈਂਸ ਬਾਰੇ ਸੋਚਣਾ ਚਾਹੀਦਾ ਤੇ ਜੋ ਕਿਸਾਨ ਮੰਗਦੇ ਨੇ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਕਿਸਾਨਾਂ ਦਾ ਇਹ ਪ੍ਰੋਫੈਸ਼ਨ ਹੈਗਾ। ਅਗਰ ਉਹ ਕਿਸੇ ਚੀਜ਼ ਦੇ ਖਿਲਾਫ ਧਰਨੇ ਤੇ ਬੈਠੇ ਨੇ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਉਸ ਚੀਜ਼ ਦੀ ਜ਼ਰੂਰਤ ਨਹੀਂ ਹੈ ਤੇ ਉਹਨਾਂ ਦੇ ਉੱਤੇ ਉਹ ਥੋਪੀ ਨਹੀਂ ਜਾਣੀ ਚਾਹੀਦੀ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।